ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਅਤੇ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਚੀਨ ਵਿੱਚ 2 ਬੰਬ ਧਮਾਕੇ ਹੋਏ। ਦੋਵਾਂ ਬੰਬ ਧਮਾਕਿਆਂ ਦਾ ਨਿਸ਼ਾਨਾ ਸਿਆਸੀ ਜਾਪਦਾ ਸੀ। ਇਹਨਾਂ ਬੰਬ ਧਮਾਕਿਆਂ ਤੋਂ ਬਾਅਦ ਅੱਤਵਾਦ ਬਾਰੇ ਬਹਿਸ ਮੁੜ ਭਖ ਗਈ ਹੈ। ਚੀਨ ਤੋਂ ਬਿਆਨ ਆਇਆ ਹੈ ਕਿ ਅੱਤਵਾਦ ਖਿਲਾਫ ਰੂਸ ਅਤੇ ਭਾਰਤ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਮੌਜੂਦਾ ਅੱਤਵਾਦ ਬਾਰੇ ਇਹ ਧਾਰਨਾ ਤਾਂ ਸਭ ਨੂੰ ਪ੍ਰਵਾਨ ਹੋ ਚੁੱਕੀ ਹੈ ਕਿ ਇਸ ਰੁਝਾਨ ਨੂੰ ਕਿਸੇ ਹੱਦ ਸਰਹੱਦ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਇਹ ਪੇਚੀਦਾ ਰੁਝਾਨ ਹੈ ਜੋ ਕੌਮਾਂਤਰੀ ਪੱਧਰ ਉੱਤੇ ਕਈ ਤਰ੍ਹਾਂ ਅਸਰਅੰਦਾਜ਼ ਹੋ ਰਿਹਾ ਹੈ। ਕੀ ਚੀਨ ਦੇ ਇਸ ਬਿਆਨ ਨੂੰ ਨਵੀਂ ਪਹਿਲਕਦਮੀ ਮੰਨਿਆ ਜਾਏ ਜਾਂ ਇਸ ਨੂੰ ਪੁਰਾਣੀਆਂ ਪਹਿਲਕਦਮੀਆਂ ਦੀ ਲਗਾਤਾਰਤਾ ਵਿੱਚ ਵੇਖਿਆ ਜਾਏ? ਚੀਨ ਵਿੱਚ 2 ਬੰਬ ਧਮਾਕੇ ਹੋਏ ਤਾਂ 2 ਆਵਾਜ਼ਾਂ ਆਈਆਂ। ਇੱਕ ਆਵਾਜ਼ ਨੇ ਇਹਨਾਂ ਧਮਾਕਿਆਂ ਨੂੰ ਸਮਾਜਿਕ ਬੇਚੈਨੀ ਦਾ ਸਿੱਟਾ ਕਰਾਰ ਦਿੱਤਾ ਤਾਂ ਦੂਜੀ ਆਵਾਜ਼ ਨੇ ਇਹਨਾਂ ਨੂੰ ਆਲਮੀ ਅੱਤਵਾਦ ਨਾਲ ਜੋੜਿਆ। ਦੋਵਾਂ ਧਮਾਕਿਆਂ ਦਾ ਨਿਸ਼ਾਨਾ ਤਾਂ ਸਿਆਸੀ ਜਾਪਦਾ ਸੀ, ਪਰ ਮਾਰੇ ਬੇਕਸੂਰ ਲੋਕ ਗਏ। ਪਰ ਇਸ ਤੋਂ ਬਾਅਦ ਸਾਰੀ ਚਰਚਾ ਵਿੱਚ ਸਿਆਸਤ ਝਲਕਦੀ ਹੈ। ਚੀਨ ਨੇ ਬਿਆਨ ਦਿੱਤਾ ਹੈ ਕਿ ਅੱਤਵਾਦ ਖਿਲਾਫ ਰੂਸ ਅਤੇ ਭਾਰਤ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਚੀਨ ਦੇ ਇੱਕ ਪਾਸੇ ਰੂਸ ਅਤੇ ਦੂਜੇ ਪਾਸੇ ਭਾਰਤ ਨਾਲ ਖੱਟੇ ਮਿੱਠੇ ਰਿਸ਼ਤੇ ਨੇ। ਇਹਨਾਂ ਦਾ ਇੱਕ ਦੂਜੇ ਨਾਲ ਤਾਲਮੇਲ ਅਤੇ ਮੁਕਾਬਲਾ ਨਾਲੋਂ ਨਾਲ ਚੱਲਦਾ ਹੈ। ਇਸੇ ਦੌਰਾਨ ਬੇਵਸਾਹੀ ਦੇ ਦੌਰ ਵੀ ਚੱਲਦੇ ਰਹਿੰਦੇ ਨੇ। ਮੌਜੂਦਾ ਦੌਰ ਵਿੱਚ ਅੱਤਵਾਦ ਦੇ ਹਵਾਲੇ ਨਾਲ ਕਈ ਰਿਸ਼ਤੇ ਬਣਦੇ ਵਿਗੜਦੇ ਨੇ। ਚੀਨ ਦਾ ਮੱਧ ਏਸ਼ੀਆ ਨਾਲ ਲੱਗਦਾ ਇਲਾਕਾ ਮੁਸਲਮਾਨ ਆਬਾਦੀ ਵਿੱਚੋਂ ਉੱਠਦੀਆਂ ਬਾਗੀ ਸੁਰਾਂ ਕਾਰਨ ਚੀਨ ਦੀ ਦੁਖਦੀ ਰਾਗ ਹੈ। ਅਫਗਾਨਿਸਤਾਨ ਵਿੱਚ ਨਾਟੋ ਫੌਜਾਂ ਦੀ ਵਾਪਸੀ ਇਸ ਇਲਾਕੇ ਉੱਤੇ ਅਸਰਅੰਦਾਜ਼ ਹੋ ਸਕਦੀ ਹੈ। ਦੂਜਾ ਪੱਖ ਇਹ ਵੀ ਹੈ ਕਿ ਚੀਨ, ਭਾਰਤ ਅਤੇ ਰੂਸ ਵੱਡਾ ਆਲਮੀ ਧੜਾ ਹੋ ਸਕਦੇ ਨੇ। ਇਹਨਾਂ ਦੀ ਸਾਂਝੀ ਆਰਥਿਕ ਅਤੇ ਫੌਜੀ ਤਾਕਤ ਅਮਰੀਕਾ ਦੇ ਗਲਵੇ ਨੂੰ ਤੋੜ ਸਕਦੀ ਹੈ। ਇਹਨਾਂ ਦੀ ਬੇਇਤਫਾਕੀ ਅਮਰੀਕਾ ਦੀਆਂ ਹੋਰ ਮੁਲਕਾਂ ਵਿੱਚ ਦਖਲਅੰਦਾਜ਼ੀਆਂ ਨੂੰ ਵਧਾ ਸਕਦੀ ਹੈ। ਅਮਰੀਕਾ ਦੀਆਂ ਦਖਲਅੰਦਾਜ਼ੀਆਂ ਗੌਣ ਇਮਦਾਦ ਤੋਂ ਸਰਗਰਮ ਹਮਲਿਆਂ ਤੱਕ ਜਾਂਦੀਆਂ ਨੇ ਅਤੇ ਕੁਦਰਤੀ ਸਰੋਤਾਂ ਉੱਤੇ ਕਬਜ਼ੇ ਦਾ ਸਬੱਬ ਬਣਦੀਆਂ ਨੇ। ਚੀਨ ਅਤੇ ਰੂਸ ਇਸ ਰੁਝਾਨ ਤੋਂ ਪਰੇਸ਼ਾਨ ਨੇ ਅਤੇ ਇਸ ਨੂੰ ਠੱਲਣਾ ਚਾਹੁੰਦੇ ਨੇ। ਜੇ ਚੀਨ ਬੰਬ ਧਮਾਕਿਆਂ ਦੇ ਹਵਾਲੇ ਨਾਲ ਅੱਤਵਾਦ ਦੀ ਗੱਲ ਕਰਦਾ ਏ ਤਾਂ ਉਸ ਦਾ ਅੰਦਰੂਨੀ ਨਸਲੀ ਕਲੇਸ਼ ਵੀ ਨਜ਼ਰਅੰਦਾਜ਼ ਹੋ ਜਾਂਦਾ ਏ। ਅਮਰੀਕੀ ਧੜਾ ਇਸ ਕਲੇਸ਼ ਨੂੰ ਚਰਚਾ ਦਾ ਹਿੱਸਾ ਬਣਾਉਣਾ ਚਾਹੁੰਦਾ ਏ, ਪਰ ਚੀਨ ਆਲਮੀ ਹਾਲਾਤ ਦੇ ਹਵਾਲੇ ਨਾਲ ਇਹਨਾਂ ਦੀ ਗੱਲ ਕਰਨਾ ਚਾਹੁੰਦਾ ਏ। ਇਹਨਾਂ ਹਾਲਾਤ ਵਿੱਚ ਚੀਨ ਦੇ ਇਸ ਬਿਆਨ ਦੇ ਕੀ ਮਾਇਨੇ ਨੇ? ਇਸ ਬਿਆਨ ਦੇ ਭਾਰਤ ਲਈ ਕੀ ਮਾਇਨੇ ਨੇ ਅਤੇ ਅੱਤਵਾਦ ਦੇ ਆਲਮੀ ਰੁਝਾਨ ਲਈ ਕੀ ਮਾਇਨੇ ਨੇ? ਚੀਨ ਦੇ ਇਸ ਬਿਆਨ ਨੂੰ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਲੜੀ ਵਜੋਂ ਵੀ ਵੇਖਿਆ ਜਾ ਸਕਦਾ ਹੈ ਅਤੇ ਨਵੀਂ ਪਹਿਲਕਦਮੀ ਵਜੋਂ ਵੀ। ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਵਿੱਚ ਚੀਨ ਸਮੇਤ ਸਾਬਕਾ ਸੋਵੀਅਤ ਯੂਨੀਅਨ ਦੇ 5 ਮੁਲਕ ਸ਼ਾਮਿਲ ਨੇ। ਇਹ ਯੂਰੇਸ਼ੀਆ ਦੀ ਸਿਆਸੀ, ਆਰਥਿਕ ਅਤੇ ਫੌਜੀ ਆਰਗੇਨਾਈਜੇਸ਼ਨ ਹੈ। ਮੌਜੂਦਾ ਬਿਆਨ ਵਿੱਚ ਭਾਰਤ ਦਾ ਜ਼ਿਕਰ ਅਹਿਮ ਹੈ, ਪਰ ਭਾਰਤ ਨਾਲ ਤਾਲਮੇਲ ਦੀਆਂ ਗੱਲਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ। ਸਰਹੱਦ ਦੇ ਕਲੇਸ਼ ਅਤੇ ਵਪਾਰ ਵਿੱਚ ਵਾਧੇ ਦੀ ਚਰਚਾ ਹੁੰਦੀ ਰਹਿੰਦੀ ਹੈ। ਕੀ ਇਸ ਬਿਆਨ ਨਾਲ ਵੱਖ-ਵੱਖ ਮੰਚਾਂ ਉੱਤੇ ਚੱਲ ਰਹੀ ਚਰਚਾ ਸਾਂਝੀ ਥਾਂ ਉੱਤੇ ਆ ਗਈ ਹੈ ਜਾਂ ਕੀ ਇਹ ਚਰਚਾ ਨਵੇਂ ਪੜਾਅ ਵਿੱਚ ਦਾਖਲ ਹੋ ਗਈ ਹੈ? ਇਹਨਾਂ ਸਵਾਲਾਂ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਭੁਪਿੰਦਰ ਬਰਾੜ ਜੋ ਰਾਜਨੀਤੀ ਸ਼ਾਸਤਰ ਨੇ, ਇੰਦਰਜੀਤ ਸਿੰਘ ਚੱਡਾ ਜੋ ਇੰਡੀਅਨ ਫੋਰਨ ਸਰਵਿਸ ਵਿੱਚੋਂ ਰਿਟਾਇਰ ਹੋਏ ਨੇ, ਰਾਜ ਮਹਿਤਾ ਜੋ ਸੇਵਾ ਮੁਕਤ ਮੇਜਰ ਜਨਰਲ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਪ੍ਰੋਫੈਸਰ ਬਰਾੜ, ਜਿਹੜਾ ਇਹ ਬਿਆਨ ਆਇਆ ਇਹ ਇੱਕ ਇੰਪਲਸਿਵ ਰਿਐਕਸ਼ਨ ਹੈ ਜਾਂ ਮਤਲਬ ਇਹ ਤੋਂ ਵੱਧ ਹੈ ਕੁਛ? ਨਹੀਂ, ਪਹਿਲੀ ਗੱਲ ਤਾਂ ਮੈਨੂੰ ਇਹ ਲੱਗਦੀ ਹੈ ਕਿ ਚੀਨ ਵਾਸਤੇ ਇਹ ਕੁਝ ਨਵਾਂ ਤਜਰਬਾ ਹੈ। ਹਾਲਾਂਕਿ ਗੱਲ ਸਿੰਕਿਆਂਗ ਵਿੱਚ ਮਾਈਨੋਰਿਟੀ ਦੇ ਰਿਜ਼ੈਂਟਮੈਂਟ ਦੀ ਕੁਝ ਦੇਰ ਤੋਂ ਹੁੰਦੀ ਰਹੀ ਹੈ, ਲੇਕਿਨ ਲੱਗਦਾ ਹੈ ਜਿਸ ਤਰ੍ਹਾਂ ਚੀਨ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋਰ ਜਗ੍ਹਾ ਹੁੰਦੀਆਂ ਨੇ, ਸਾਡੇ ਨਹੀਂ ਹੁੰਦੀਆਂ। ਜ਼ਾਹਿਰ ਹੈ ਕਿ ਇਸ ਨਾਲ ਉਹ ਜਾਗੇ ਨੇ ਔਰ ਕਾਫੀ ਤਰਬਕੇ ਵੀ ਹੋਣਗੇ। ਸੋ ਇੱਕ ਇਮੀਡੀਏਟ ਇੰਪਲਸ ਤਾਂ ਇਹ ਜ਼ਰੂਰ ਹੋ ਸਕਦੀ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਵੀ ਆਰ ਇਨ ਦ ਸੇਮ ਬੋਟ। ਔਰ ਜੇ ਇੰਜ ਹੈ ਤਾਂ ਫਿਰ ਜ਼ਾਹਿਰਾ ਤੌਰ 'ਤੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਜਿਹਦੇ ਪਹਿਲਾਂ ਹੀ ਰੂਸ ਅਤੇ ਸੈਂਟਰਲ ਏਸ਼ੀਅਨ ਰਿਪਬਲਿਕਸ ਦੇ 5 ਜਾਂ 6 ਸ਼ਾਮਿਲ ਨੇ ਉਹਦੇ 'ਚ। ਹਿੰਦੁਸਤਾਨ ਦਾ ਆਬਜ਼ਰਵਰ ਸਟੇਟਸ ਹੈ ਉਹਦੇ 'ਚ। ਔਰ ਇਹ ਜ਼ਾਹਿਰ ਹੈ ਕਿ ਇਹ ਜਿਹੜਾ ਇਲਾਕਾ ਹੈ ਡੀਸਟੇਬਲਾਈਜ਼ ਤੇ ਇੱਕ ਤਰੀਕੇ ਨਾਲ ਹੈ। ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਇਸ ਇਲਾਕੇ ਵਿੱਚ ਹੋਇਆ ਇੰਡੀਅਨ ਸਬ ਕੰਟੀਨੈਂਟ ਦੀ ਡਿਵੀਜ਼ਨ ਹੋਈ, ਜਿਹਦੇ ਕਰਕੇ ਕਈ ਮੁਲਕ ਉੱਭਰੇ, ਉਹਨਾਂ ਦਾ ਆਪਸੀ ਸੰਬੰਧਾਂ ਵਿੱਚ ਤਣਾਅ ਜਿਹੜਾ ਬਣਿਆ ਰਿਹਾ ਹੈ। ਸੋ ਇੱਕ ਤਰੀਕੇ ਨਾਲ ਇਹ ਅਨਸਟੇਬਲ ਏਰੀਆ ਹੈ ਜਿਹਦੇ ਚੀਨ ਆਪਣੇ ਆਪ ਨੂੰ ਸ਼ਾਇਦ ਇੱਕ ਐਕਸੈਪਸ਼ਨ ਸਮਝਦਾ ਰਿਹਾ। ਔਰ ਇਹ ਘਟਨਾਵਾਂ ਇਹ ਦੱਸਦੀਆਂ ਨੇ ਕਿ ਚੀਨ ਐਕਸੈਪਸ਼ਨ ਬਹੁਤੀ ਦੇਰ ਨਹੀਂ ਰਹਿ ਸਕਣਾ
ਔਰ ਪਰ ਇੱਕ ਚਾਈਨਾ ਜਿਹੜਾ ਮਾਈਟ ਹੈਵ ਸਵਾਲ ਹੈ ਕਿ ਵੋਕਨ ਵੀ ਟੂ ਦਿਸ। ਕੀ ਜਿਹੜੇ ਉੱਥੇ ਦੇ ਅੰਦਰੂਨੀ ਕਾਰਨ ਨੇ ਉਹ ਵੀ ਇਸ ਕਿਸਮ ਦੀ ਘਟਨਾ ਦੇ ਰੂਪ ਦੇ ਵਿੱਚ ਸਾਹਮਣੇ ਆ ਸਕਦੇ ਨੇ। ਚੀਨ ਦੇ ਉੱਤੇ ਇੱਕ ਦਬਾਅ ਪੂਰੇ ਅਮਰੀਕੀ ਧੜੇ ਵੱਲੋਂ ਹੈਗਾ ਕਿ ਚੀਨ ਦੇ ਅੰਦਰ ਬਹੁਤ ਸਾਰੀ ਬੇਚੈਨੀ ਹੈ ਤੇ ਚੀਨ ਨੇ ਬਹੁਤ ਸਾਰੀਆਂ ਮੁਸ਼ਕਲਾਂ ਨੂੰ ਜ਼ਬਰਦਸਤੀ ਦਬਾ ਰੱਖਿਆ। ਉਹਨਾਂ ਦੀ ਵੀ ਮੈਨੀਫੈਸਟੇਸ਼ਨ ਹੋ ਸਕਦੀ ਹੈ ਤੇ ਚੀਨ ਦਾ ਜਿਹੜਾ ਫੌਰੀ ਇਹ ਬਿਆਨ ਹੈ ਉਹ ਇੱਕ ਤਰੀਕੇ ਨਾਲ ਕਿ ਸਾਡਾ ਅੰਦਰੂਨੀ ਮਸਲਾ ਨਹੀਂ ਹੈਗਾ, ਕੌਮਾਂਤਰੀ ਰੁਝਾਨ ਦੇ ਨਾਲ ਜੋੜ ਕੇ ਦੇਖਣ ਦਾ ਇੱਕ ਉਹ ਵੀ ਇੱਕ ਮਸ਼ਕ ਹੋ ਸਕਦੀ ਹੈ। ਹਾਂ, ਇਹ ਵੀ ਇੱਕ ਐਂਗਲ ਹੈ ਇਹਦੇ 'ਚ। ਇਹ ਤੇ ਜ਼ਾਹਿਰ ਹੈ ਕਿ ਅਮਰੀਕਾ ਵਾਲੇ ਇਸ ਗੱਲ ਨੂੰ ਇਸੇ ਤਰੀਕੇ ਨਾਲ ਪੇਸ਼ ਕਰਨਾ ਚਾਹਣਗੇ ਕਿਉਂਕਿ ਅਮਰੀਕਾ ਵਾਲੇ ਚੀਨ ਵਿੱਚ ਹਿਊਮਨ ਰਾਈਟਸ ਦੀ ਵਾਇਲੇਸ਼ਨ ਬਾਰੇ ਹਮੇਸ਼ਾ ਗੱਲ ਕਰਦੇ ਰਹੇ ਨੇ। ਚੀਨ ਇੱਕ ਅਥਾਰਟੇਰੀਅਨ ਦੇਸ਼ ਹੈ, ਇਹਦੀ ਹਮੇਸ਼ਾ ਗੱਲ ਹੁੰਦੀ ਰਹੀ ਹੈ। ਔਰ ਚਾਈਨਾ ਨਾਲ ਇੱਕ ਤਰ੍ਹਾਂ ਦੀ ਕੋਲਡ ਵਾਰ ਬਹੁਤ ਦੇਰ ਤੋਂ ਅਮਰੀਕਾ ਵਿੱਚ ਜਿਹੜੇ ਸਟ੍ਰੈਟੇਜਿਕ ਥਿੰਕਰਸ ਨੇ ਉਹਦੀ ਉਹ ਗੱਲ ਕਰਦੇ ਰਹੇ ਨੇ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਸਾਡੀ ਜਿਹੜੀ ਨਵੀਂ ਕੋਲਡ ਵਾਰ ਉਹ ਚਾਈਨਾ ਨਾਲ ਸ਼ੁਰੂ ਹੋਣੀ ਹੈ। ਸੋ ਇੱਕ ਤਰੀਕੇ ਦਾ ਆਈਡੀਓਲੋਜੀਕਲ ਕੰਟੇਨਮੈਂਟ ਚਾਈਨਾ ਦੇ ਕਰਨੀ ਵੀ ਉਹਨਾਂ ਵਾਸਤੇ ਜ਼ਰੂਰੀ ਹੈ। ਤੇ ਜੇ ਉਹ ਕਹਿਣਗੇ ਕਿ ਸਾਰਾ ਕੁਝ ਉੱਥੋਂ ਅੰਦਰ ਜਿਹੜੇ ਰਾਜਸੀ ਹਾਲਾਤ ਨੇ ਉਹਨਾਂ ਕਰਕੇ ਹੋ ਰਿਹਾ ਹੈ ਤੇ ਅਮਰੀਕਾ ਦੀ ਇਹ ਗੱਲ ਕਹਿਣੀ ਤੇ ਬਣਦੀ ਹੈ। ਮਤਲਬ ਇੱਕ ਤਰੀਕੇ ਨਾਲ ਇਟਸ ਪਾਰਟ ਆਫ ਦੇਅਰ ਲਾਰਜਰ ਆਈਡੀਓਲੋਜੀਕਲ ਸਟ੍ਰੈਟੇਜੀ। ਪਰ ਮੈਂ ਸਮਝਦਾ ਕਿ ਹੋ ਵੀ ਸਕਦਾ ਹੈ ਕਿਉਂਕਿ ਟਿਆਨਨਮੈਨ ਸਕੁਆਇਰ ਤਾਂ ਆਫਟਰ ਆਲ ਕਿਸ ਦਾ ਬਣਾਇਆ ਹੋਇਆ ਨਹੀਂ ਸੀ, ਸਪੌਂਟੇਨੀਅਸ ਸੀ। ਤੇ ਉੱਥੋਂ ਦੀ ਜਿਹੜੀ ਜਿਸ ਤਰ੍ਹਾਂ ਦੇ ਤੇਜ਼ੀ ਨਾਲ ਉੱਥੋਂ ਦੀ ਆਰਥਿਕਤਾ ਬਦਲ ਰਹੀ ਹੈ, ਹੁਣ ਬੜਾ ਮਿਸਮੈਚ ਹੋ ਗਿਆ। ਉੱਥੇ ਇੱਕ ਸੈਂਟਰਲਾਈਜ਼ਡ ਕਿਸਮ ਦਾ ਪੋਲੀਟੀਕਲ ਸਿਸਟਮ ਹੋਵੇ ਜਦੋਂ ਕਿ ਇਕਨੋਮੀ ਲਿਬਰਲਾਈਜ਼ ਹੋ ਰਹੀ ਹੋਵੇ ਤੇ ਜ਼ਰੂਰੀ ਹੈ ਕਿਸੇ ਹੱਦ ਤੱਕ ਦੋਨੇ ਚੀਜ਼ਾਂ ਨਾਲ ਨਾਲ ਚੱਲਣ। ਮੁਲਕ ਦੇ ਵਿੱਚ ਨਾ ਬਰਾਬਰੀ ਵੱਧ ਰਹੀ ਹੋਵੇ, ਨਾ ਬਰਾਬਰੀ ਬਹੁਤ ਤੇਜ਼ੀ ਨਾਲ ਵਧ ਰਹੀ ਹੋਏ ਤੇ ਇਹ ਵੀ ਹੋ ਸਕਦਾ ਹੈ ਕਿ ਅੰਦਰ ਦੀ ਪੋਲੀਟੀਕਲ ਰਿਜ਼ੈਂਟਮੈਂਟ ਕਿਸੇ ਇਸ ਤਰੀਕੇ ਨਾਲ, ਖਾਸ ਤੌਰ ਤੇ ਜਦੋਂ ਕੋਈ ਪੋਲੀਟੀਕਲ ਟਾਰਗੇਟਸ ਜਿਹੜੇ ਨੇ ਉਹ ਪੋਲੀਟੀਕਲ ਨੇ। ਜੀ ਚੱਡਾ ਸਾਹਿਬ, ਜਦੋਂ ਇਹ ਸਾਡੀ ਅੰਬੈਸੀ ਦੇ ਵਿੱਚ ਇਹ ਬਿਆਨ ਜਾਏਗਾ ਕੀ ਇਹ ਸਿਰਫ ਫਾਈਲ ਦੇ ਵਿੱਚ ਲਾਉਣ ਜੋਗਾ ਹੋਏਗਾ ਜਾਂ ਇਹ ਤੋਂ ਜ਼ਿਆਦਾ ਕੁਝ ਵਿਚਾਰ ਕਰਨਾ ਹੋਏਗਾ? ਨਹੀਂ, ਫਾਈਲ ਵਿੱਚ ਨਹੀਂ ਜਾਣਾ ਚਾਹੀਦਾ। ਕਾਫੀ ਇੰਪੋਰਟੈਂਟ ਬਿਆਨ ਹੈ। ਇਸ ਕਿਸਮ ਦੇ ਬਿਆਨ ਪਹਿਲੇ ਆਉਂਦੇ ਰਹੇ ਨੇ। ਜਿਹੜੀ ਚੀਜ਼ ਨਵੀਂ ਹੈ ਇਸ ਵਾਰੀ ਉਹ ਇਹ ਹੈ ਕਿ ਕਾਫੀ ਜ਼ਿਆਦਾ ਸਟਰੋਂਗ ਬਿਆਨ ਆਇਆ ਜੀ। ਔਰ ਜਿਹੜੀ ਇੱਕ ਹੋਰ ਗੱਲ ਜਿਹੜੀ ਨਵੀਂ ਉਹ ਇਹ ਹੈ ਕਿ ਅੱਗੇ ਜਿਹੜੇ ਥੋੜ੍ਹੇ ਬਹੁਤ ਇਹਨਾਂ ਦੀ ਆਤੰਕਵਾਦ ਦਾ ਸ਼ਿਕਾਰ ਹੁੰਦੇ ਰਹੇ ਨੇ ਉਹ ਜ਼ਿਆਦਾ ਬਾਰਡਰ 'ਤੇ ਹੁੰਦੇ ਰਹੇ ਨੇ ਜਿਹੜੇ ਪਾਕਿਸਤਾਨ ਨਾਲ ਲੱਗਦਾ ਜਿੱਥੇ ਇਹਨਾਂ ਦੀ ਮਾਈਨੋਰਟੀਜ਼ ਨੇ ਜੀ। ਤੇ ਉਹ ਉਸ ਵੇਲੇ ਇਹਨਾਂ ਨੇ ਪਾਕਿਸਤਾਨ ਦੇ ਨਾਲ ਵੀ ਕੁਝ ਖਟਪਟ ਹੋਈ ਸੀ ਜੀ। ਹੁਣ ਪਹਿਲੀ ਵਾਰੀ ਚੀਨ ਦੇ ਅੰਦਰ ਹੋਇਆ, ਬਿਲਕੁਲ ਉਹਨਾਂ ਦੇ ਕੈਪੀਟਲ ਸਿਟੀ ਵਿੱਚ। ਪਰ ਇੱਕ ਇਸ਼ਾਰਾ ਤਾਂ ਉਸੇ ਸਾਈਡ ਦੇ ਉੱਤੇ ਜਾ ਰਿਹਾ ਨਾ ਕਿ ਈਸਟ ਤੁਰਕਸਤਾਨ ਵਾਲੀ ਜਿਹੜੀ ਉੱਥੇ ਦੀ ਮੰਗ ਹੈ ਉਹਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਇਸ ਮਸਲੇ ਨੂੰ। ਹਾਂਜੀ। ਔਰ ਲੇਕਿਨ ਜਿਸ ਤਰ੍ਹਾਂ ਜੀ ਇਹਨਾਂ ਨੇ ਬਰਾੜ ਸਾਹਿਬ ਨੇ ਕਿਹਾ ਕਿ ਅੰਦਰ ਦੀ ਜਿਹੜੀ ਹੁਣ ਹੈ ਰੈਸਟਲੈਸਨੈਸ ਹੈ ਜੀ, ਔਰ ਜਿਹੜੇ ਉਸਨੂੰ ਉਹ ਦਬਾਉਣਾ ਚਾਹੁੰਦੇ ਨੇ ਉਸ ਦੇ ਖਿਲਾਫ ਇਹ ਵੀ ਰਿਐਕਸ਼ਨ ਹੋ ਸਕਦਾ। ਮੇਰੇ ਖਿਆਲ ਤੇ ਹੁਣ ਇਹ ਬਾਹਰੋਂ ਨਹੀਂ ਆਇਆ, ਇਹ ਹਮਲਾ ਜਿਹੜਾ ਅੰਦਰੋਂ ਹੈ ਜੀ। ਕੁਝ ਜਿਹੜੇ ਪਹਿਲਾਂ ਸਿੰਕਿਆਂਗ ਵਗੈਰਾ 'ਚ ਹੁੰਦਾ ਰਿਹਾ ਉਹ ਪਾਕਿਸਤਾਨ ਵਿੱਚੋਂ ਇਨਕਰੇਜਮੈਂਟ ਹੁੰਦੀ ਸੀ, ਹਾਲਾਂਕਿ ਲੋਕਲ ਹੀ ਕਰਦੇ ਸਨ। ਤੇ ਉਹਨਾਂ ਦਾ ਅੰਦਰ ਹੁਣ ਇਹ ਸ਼ੁਰੂ ਹੋ ਗਿਆ ਤੇ ਉਹ ਉਹਨਾਂ ਨੂੰ ਇਹ ਹੁਣ ਰਿਅਲਾਈਜੇਸ਼ਨ ਜ਼ਿਆਦਾ ਹੋ ਗਈ ਹੈ ਕਿ ਇਹ ਜ਼ਰਾ ਮਾਮਲਾ ਗੰਭੀਰ ਹੋ ਰਿਹਾ ਹੈ। ਇਹਦੇ 'ਚ ਸਾਨੂੰ ਕੋਆਪਰੇਸ਼ਨ ਦੀ ਜ਼ਿਆਦਾ ਜ਼ਰੂਰਤ ਹੈ। ਕੋਆਪਰੇਸ਼ਨ ਨਵੀਂ ਨਹੀਂ ਹੈ, ਪਿਛਲੇ 5-6 ਸਾਲ ਤੋਂ ਉਹ ਜਿਹੜੇ ਪੋਲਾਈਟ ਨੋਇਜ਼ਸ ਕਰਦੇ ਰਹੇ ਨੇ ਕਿ ਜੁਆਇੰਟ ਕੋਆਪਰੇਸ਼ਨ ਹੋਣੀ ਚਾਹੀਦੀ ਹੈ ਇਨ ਕਾਊਂਟਰ ਟੈਰਰਿਜ਼ਮ ਔਰ ਕੁਝ ਮਿਲਟਰੀ ਐਕਸਰਸਾਈਜ਼ਸ ਵੀ ਹੁੰਦੀਆਂ ਰਹੀਆਂ ਨੇ। ਲੇਕਿਨ ਹੁਣ ਉਮੀਦ ਕੀਤੀ ਜਾ ਸਕਦੀ ਹੈ ਕਿ ਸ਼ਾਇਦ ਹੁਣ ਇਸ ਦੇ ਵਿੱਚ ਕੋਈ ਜ਼ਿਆਦਾ ਠੋਸ ਕਦਮ ਉਠਾਏ ਜਾਣ। ਲੇਕਿਨ ਇਹ ਤਾਂ ਦੇਖਣਾ ਪਏਗਾ ਕਿਉਂਕਿ ਚੀਨ ਦੇ ਸਾਡਾ ਐਕਸਪੀਰੀਅੰਸ ਇਹ ਹੀ ਰਿਹਾ ਕਿ ਬਿਆਨ ਆ ਜਾਂਦੇ ਨੇ ਲੇਕਿਨ ਜ਼ਰੂਰੀ ਨਹੀਂ ਕਿ ਉਹਨਾਂ 'ਤੇ ਅਮਲ ਕੀਤਾ ਜਾਏ। ਔਰ ਫਿਰ ਆਤੰਕਵਾਦ ਨੂੰ ਲੜਨ ਵਾਸਤੇ ਹਰ ਇੱਕ ਮੁਲਕ ਆਪਣਾ ਇੰਟਰਸਟ ਦੇਖਦਾ ਹੈ, ਦੂਸਰੇ ਦਾ ਇੰਟਰਸਟ ਘੱਟ ਹੀ ਦੇਖਦਾ ਹੈ। ਤੇ ਅਮਰੀਕਾ ਨਾਲ ਸਾਡੀ ਕੋਆਪਰੇਸ਼ਨ ਹੈ ਲੇਕਿਨ ਅਮਰੀਕਾ ਵੀ ਆਲ ਦਾ ਵੇ ਨਹੀਂ ਜਾ ਰਿਹਾ ਔਰ ਜਿੱਥੇ ਉਹਨਾਂ ਨੂੰ ਆਪਣੇ ਇੰਟਰਸਟ ਇਨਵੋਲਵ ਨੇ ਉੱਥੇ ਜ਼ਿਆਦਾ ਪ੍ਰੈਸ਼ਰ ਪਾਉਂਦੇ ਨੇ, ਜਿੱਥੇ ਉਹ ਆਪਣਾ ਇੰਟਰਸਟ ਇਨਵੋਲਵ ਨਹੀਂ ਹੈ ਉਹ ਇਤਨੇ ਯਕੀਨ ਨਹੀਂ ਹੈ। ਤੇ ਇਹ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ। ਸਾਨੂੰ ਉਮੀਦ ਕਰਨੀ ਚਾਹੀਦੀ ਹੈ, ਸਾਨੂੰ ਕੋਆਪਰੇਸ਼ਨ ਨੂੰ ਵਧਾਉਣਾ ਚਾਹੀਦਾ ਲੇਕਿਨ ਇਹਦਾ ਨਤੀਜਾ ਖਾਸ ਜ਼ਿਆਦਾ ਹੋਏਗਾ ਕਿ ਨਹੀਂ ਹੋਏਗਾ। ਮਤਲਬ ਐਪਰੀਹੈਂਸ਼ਨਸ ਵੀ ਜੁੜੀਆਂ ਹੋਈਆਂ ਨੇ ਤੇ ਨਾਲ ਦੀ ਨਾਲ ਕੋਈ ਅਪਰਚੁਨਿਟੀ ਵੀ ਤੁਹਾਨੂੰ ਕਿਤੇ ਦਿਖਾਈ ਦਿੰਦੀ ਹੈ। ਮਹਿਤਾ ਸਾਹਿਬ, ਫੌਜ ਦਾ ਜਿਹੜਾ ਰਿਸਪੌਂਸ ਹੈ ਬਹੁਤ ਇੰਪੋਰਟੈਂਟ ਹੈ ਕਿਉਂਕਿ ਸਾਡੇ ਸਰਹੱਦ ਦੇ ਕਲੇਸ਼ ਤੋਂ ਲੈ ਕੇ ਨਾਰਥ ਈਸਟ ਦੇ ਵਿੱਚ ਚਾਈਨਾ ਦਾ ਕਈ ਮਾਮਲਿਆਂ ਦੇ ਵਿੱਚ ਜ਼ਿਕਰ ਆਉਂਦਾ ਰਹਿੰਦਾ। ਫੌਜ ਇਸ ਬਿਆਨ ਨੂੰ ਕਿਵੇਂ ਸਮਝੇਗੀ? ਉਸ ਤੋਂ ਪਹਿਲਾਂ ਅਗਰ ਤੁਸੀਂ ਇਜਾਜ਼ਤ ਦਿਓ ਮੈਂ ਇੱਕ ਦੋ ਪੱਖ ਆਪਣੀ ਰੱਖਣਾ ਚਾਹੁੰਦਾ ਤੁਹਾਡੇ ਸਾਹਮਣੇ। ਤੁਹਾਡਾ ਪਲੇਟਫਾਰਮ ਹੈ। ਹਾਂਜੀ, ਪਹਿਲਾਂ ਤਾਂ ਇਹ ਹੈਗਾ ਕਿ ਚੀਨ ਨੂੰ ਇੰਟਰਨਲ ਡਿਸਆਰਡਰ ਦੇ ਬਾਰੇ ਸੱਚਮੁੱਚ ਫਿਕਰ ਹੈਗੀ। ਤੁਸੀਂ ਨੋਟ ਕਰੋ ਜਿਹੜੀ ਚੀਨ ਦੀ ਲੀਡਰਸ਼ਿਪ ਹੈ ਅੱਜ ਦੀ, ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਦੋਵੇਂ ਨਿਊਲੀ ਇਲੈਕਟਡ ਹੈਗੇ, ਉਹਨਾਂ ਨੂੰ ਸਾਲ ਵੀ ਨਹੀਂ ਹੋਇਆ
ਬੜੀ ਰਿਫਰੈਸ਼ਿੰਗ ਗੱਲ ਹੋਈ ਹੈ ਕੁਝ 2-1 ਮਹੀਨੇ ਪਹਿਲਾਂ ਕਿ ਜਿਹੜੇ ਪ੍ਰੈਜ਼ੀਡੈਂਟ ਸਾਹਿਬ ਹੈਗੇ ਚੀਨ ਦੇ, ਉਹਨਾਂ ਨੇ ਪਬਲਿਕ ਮੀਟਿੰਗ ਕੀਤੀ ਹੈ ਆਪਣੇ ਇੱਕ ਇੰਪੋਰਟੈਂਟ ਸ਼ਹਿਰ ਵਿੱਚ ਜਾ ਕੇ, ਜਿੱਥੇ ਉਹਨਾਂ ਨੇ ਆਵਾਮ ਤੇ ਲੋਕਾਂ ਨਾਲ ਪਬਲਿਕਲੀ ਡਿਸਕਸ ਕੀਤਾ ਕਿ ਸਾਨੂੰ ਦੱਸੋ ਕਰਪਸ਼ਨ ਤੇ ਇਨਐਫੀਸ਼ੀਐਂਸੀਜ਼, ਟੈਂਸ਼ਨਸ, ਪ੍ਰੈਸ਼ਰਸ ਜਿਹੜੇ ਚੀਨ ਵਿੱਚ ਹੈਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਏ। ਇਸ ਤੋਂ ਪਹਿਲਾਂ ਇਹ ਕਦੀ ਨਹੀਂ ਹੋਇਆ ਜੀ। ਇਸ ਦਾ ਮਤਲਬ ਇਹ ਹੋਇਆ ਕਿ ਜਿਹੜੀ ਲੀਡਰਸ਼ਿਪ ਹੈ ਉਹ ਅਵੇਅਰ ਹੈਗੀ ਕਿ ਇੰਟਰਨੈਟ ਕਰਕੇ ਜਿਹੜੇ ਸੋਸ਼ਲ ਡਿਵਾਈਸਿਸ ਹੁਣ ਆ ਰਹੀਆਂ ਨੇ, ਟਵਿੱਟਰ, ਇੰਟਰਨੈਟ ਵਗੈਰਾ ਵਗੈਰਾ, ਇਸ ਕਰਕੇ ਜਿਹੜੀ ਅਲਰਟਨੈਸ ਜਾਂ ਅਵੇਅਰਨੈਸ ਲੈਵਲ ਹੈ ਚੀਨ ਦੇ ਵਿੱਚ ਉਹ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਤੇ ਇਸ ਦਾ ਨੈਗੇਟਿਵ ਇਫੈਕਟ ਪੈ ਰਿਹਾ ਜਿਹੜਾ ਉਹ ਐਡਰੈਸ ਕਰਨਾ ਚਾਹੁੰਦੇ ਆ। ਦੂਸਰੀ ਗੱਲ ਇਹ ਹੈਗੀ ਕਿ ਟੈਰਰਿਜ਼ਮ ਇਹਨਾਂ ਦੇ ਵਾਸਤੇ ਨਵਾਂ ਖੇਡ ਨਹੀਂ ਜੀ। ਤੇ ਮੈਂ ਮਾਈਲਡਲੀ ਡਿਸਐਗਰੀ ਕਰਦਾ ਪ੍ਰੋਫੈਸਰ ਬਰਾੜ ਦੇ ਨਾਲ, ਡਿਸਐਗਰੀ ਨਹੀਂ ਕਰਦਾ, ਰੀਇਨਫੋਰਸ ਕਰ ਰਿਹਾ ਕਹਿ ਕੇ ਕਿ ਉਰਮਕੀ ਉਈਗਰ ਜਿਹੜੀ ਪ੍ਰੋਬਲਮ ਇਹਨਾਂ ਦੀ ਹੈਗੀ ਜ਼ਿੰਜੀਆਂਗ ਪ੍ਰੋਵਿੰਸ ਵਿੱਚ ਫੇਸਿਸ ਰਸ਼ੀਆ towards the west and Tibet towards the south। ਇੱਥੇ ਇਹਨਾਂ ਦੀ ਪ੍ਰੋਬਲਮ ਬੜੀ ਸੀਰੀਅਸ ਰਹੀ ਹੈ ਐਂਡ ਇਟ ਇਜ਼ ਜਿਵੇਂ ਤੁਸੀਂ ਕਹਿ ਰਹੇ ਹੋ ਈਸਟ ਤੁਰਕਮੈਨਿਸਤਾਨ ਵਰਸਸ ਹਾਨ ਚਾਈਨੀਜ਼ ਐਂਡ ਇਟ ਇਜ਼ ਅ ਵੈਰੀ 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 ਸੀਰੀਅਸ ਇਸ਼ੂ ਫॉर ਚੀਨ। ਚੀਨ ਇਹ ਕਹਿੰਦਾ ਹੈ ਕਿ ਇਟ ਇਜ਼ ਫੇਸਿੰਗ 3 ਈਵਲਸ। ਪਬਲਿਕ ਸਟੇਟਮੈਂਟ ਹੈਗੀ ਇਹਨਾਂ ਦੇ ਡਿਫੈਂਸ ਵਾਈਟ ਪੇਪਰ ਵਿੱਚ। ਪਹਿਲੀ ਈਵਲ ਇਹ ਹੈਗੀ ਟੈਰਰਿਜ਼ਮ, ਸੈਕੰਡ ਈਵਲ ਹੈਗੀ ਸੈਪਰੇਟਿਜ਼ਮ, ਥਰਡ ਈਵਲ ਹੈਗੀ ਫੰਡਾਮੈਂਟਲਿਜ਼ਮ। ਔਰ ਕਹਿੰਦੇ ਆ ਵੈਰੀ ਇੰਟੈਲੀਜੈਂਟਲੀ ਕਹਿੰਦੇ ਆ ਕਿ ਤਿੰਨੋਂ ਚੀਜ਼ਾਂ ਲਿੰਕਡ ਹੈਗੀਆਂ ਤੇ ਤਿੰਨੇ ਉਹ ਖੇਤੇ ਦੇ ਵਿੱਚ ਵੀ ਜਾ ਕੇ ਜੁੜਦੀਆਂ ਨੇ ਉਸੇ ਖੇਤੇ 'ਚ। 100% ਜਿਹੜਾ ਲਾਸਟ ਕੇਸ ਹੋਇਆ ਹੈ ਆਬਵੀਅਸਲੀ ਦੇ ਆਰ ਆਲ ਲਿੰਕਡ ਟੁਗੇਦਰ ਜੀ। ਨਾ ਇਸ ਵਕਤ ਕਹਿਣਾ ਮੁਸ਼ਕਿਲ ਹੈ ਇਸਲਾਮ ਟੈਰਰ ਸੀਗਾ, ਹਾਨ ਟੈਰਰ ਸੀਗਾ, ਇਮਰਾਨ ਟੈਰਰ ਸੀਗਾ, ਉਹ ਤਾਂ ਖੈਰ ਦੇ ਹੈਵ ਅ ਵੈਰੀ ਗੁੱਡ ਸਿਸਟਮ, ਉਸਦੀ ਰਿਐਲਿਟੀ ਪਤਾ ਚੱਲ ਜਾਣੀ ਚਾਹੀਦੀ ਹੈ। ਪਹਿਲਾਂ ਤਾਂ ਛੁਪਾ ਸਕਦੇ ਸੀ, ਹੁਣ ਰੀਜ਼ਨੇਬਲੀ ਟਰਾਂਸਪੇਰੈਂਸੀ ਹੋ ਗਈ ਹੈ, ਛੁਪਾਉਣਾ ਬਹੁਤ ਮੁਸ਼ਕਿਲ ਹੈ। ਬਟ ਇਸ ਦਾ ਡਿਫੈਂਸ ਦੇ ਨਾਲ ਮਿਲਟਰੀ ਨਾਲ ਲਿੰਕੇਜ ਬਹੁਤ ਗਹਿਰਾ ਹੈਗਾ ਬਿਕੋਜ਼ ਇਸ ਤੋਂ ਪਹਿਲਾਂ ਚੀਨ ਪਾਕਿਸਤਾਨ ਨੂੰ ਬਲੇਮ ਕਰਦਾ ਸੀ ਕਿ ਜਿਹੜੀ ਵੀ ਉਈਗਰ ਪ੍ਰੋਵੋਕੇਸ਼ਨ ਹੋ ਰਹੀ ਹੈ ਉਹ ਇਟ ਇਜ਼ ਇੰਪੋਰਟਡ ਆਈਦਰ ਫਰੋਮ ਕਿਰਗਿਸਤਾਨ ਔਰ ਕਜ਼ਾਕਿਸਤਾਨ ਵਿਚ ਆਰ ਮੁਸਲਿਮ ਰਿਪਬਲਿਕਸ ਆਫ ਐਕਸ ਸੋਵੀਅਤ ਰਸ਼ੀਆ ਔਰ ਇਟ ਇਜ਼ ਕਮਿੰਗ ਫਰੋਮ ਪਾਕਿਸਤਾਨ। ਤੇ ਇਸ ਕਰਕੇ ਪਾਕਿਸਤਾਨ ਦੇ ਨਾਲ ਜਿਹੜਾ ਇਹਨਾਂ ਦਾ ਰਿਸ਼ਤਾ ਸੀਗਾ ਉਹ ਖੱਟਾ ਹੋ ਰਿਹਾ ਸੀ। ਪਰ ਉਹ ਦਲੀਲ ਹੁਣ ਵੀ ਨਾਵਾਜਿਬ ਨਹੀਂ ਨਾ ਹੋ ਜਾਂਦੀ, ਜੇ ਹੋਇਆ ਤੇ ਉਹ ਦਲੀਲ ਤਾਂ ਉਵੇਂ ਜਿਉਂ ਦੀ ਤਿਉਂ ਲਾਗੂ ਰਹੇਗੀ। ਸਾਡੇ ਲਈ ਅੱਛਾ ਹੈ ਬਿਕੋਜ਼ ਇਹ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ ਕੁਝ ਹੱਦ ਤੱਕ ਚਾਈਨਾ ਨੂੰ ਰੀਕਨਸੀਡਰੇਸ਼ਨ ਕਰਵਾ ਸਕਦੀ ਹੈ ਕਿ ਜਿੰਨੀ ਇਹਨਾਂ ਦੀ ਬਲਾਈਂਡ ਡਿਪੈਂਡੈਂਸ ਸੀਗੀ ਪਾਕਿਸਤਾਨ ਦੇ ਉੱਤੇ ਉਹ ਸ਼ਾਇਦ ਹੁਣ ਅੱਜ ਦੀ ਏਜ ਵਿੱਚ ਵੈਲਿਡ ਨਹੀਂ ਬਿਕੋਜ਼ ਇਹ ਤਿੰਨ ਜਿਹੜੇ ਨੇਸ਼ਨਸ ਹੈਗੇ ਰਸ਼ੀਆ, ਚਾਈਨਾ, ਇੰਡੀਆ ਆਰ ਆਲਸੋ ਪਾਰਟ ਆਫ ਬ੍ਰਿਕ। ਇਹ ਜਿਹੜੀ ਫੋਰਨ ਮਿਨਿਸਟਰਸ ਦੀ ਮੀਟਿੰਗ ਹੋ ਰਹੀ ਹੈ ਦਿੱਲੀ ਵਿੱਚ ASEM ਏਸ਼ੀਆ ਯੂਰਪ ਮੀਟਿੰਗ, ਇਸ ਦੇ ਵਿੱਚ ਵੀ ਤਿੰਨੇ ਨੇਸ਼ਨਸ ਆਰ ਟੁਗੇਦਰ ਤੇ ਇਹਨਾਂ ਨੇ ਤਿੰਨੋਂ ਦੇ ਉੱਤੇ ਅਸਰ ਪਿਆ ਹੋਇਆ। ਔਨ ਰਸ਼ੀਆ ਦੇਰ ਇਜ਼ ਇਫੈਕਟ ਆਫ ਚੈਚਨੀਆ ਐਂਡ ਦਾਗਿਸਤਾਨ, ਚਾਈਨਾ ਦੇ ਉੱਤੇ ਜ਼ਿੰਜੀਆਂਗ ਪ੍ਰੋਵਿੰਸ ਦੀ ਪ੍ਰੋਬਲਮ ਹੈਗੀ, ਹੁਣ ਨਵੀਂ ਹੈਡਿਕ ਖੜੀ ਹੋ ਗਈ, ਇੰਡੀਆ ਦੇ ਉੱਤੇ ਤਾਂ ਪ੍ਰੋਬਲਮ ਹੈ ਸੋ ਹੈ ਤੇ ਇਹਨਾਂ ਨੇ ਆਪਣਾ ਐਕਟ ਇਕੱਠਾ ਕਰਕੇ ਇਸ ਪ੍ਰੋਬਲਮ ਨੂੰ ਐਡਰੈਸ ਕਰਨਾ ਹੈ। ਦੇਅਰਫੋਰ ਦਿਸ ਮੀਟਿੰਗ ਐਂਡ ਦਿਸ ਇੰਟਰੈਕਸ਼ਨ ਇਜ਼ ਡੈਫੀਨਿਟਲੀ ਗੁੱਡ, ਇਸ ਤੋਂ ਪਹਿਲਾਂ ਨਹੀਂ ਹੋਈ ਹੈ ਐਂਡ ਪੋਜ਼ਿਟਿਵ ਡਿਵੈਲਪਮੈਂਟ ਹੈਗੀ ਜੀ। ਬਰਾੜ ਸਾਹਿਬ ਇਹ ਘਟਨਾਵਾਂ ਦੇ ਪਿੱਛੇ ਜੋ ਮਰਜ਼ੀ ਹੋਵੇ ਤਫਸੀਲ ਬਾਅਦ 'ਚ ਸਮਝ ਆਏਗੀ, ਪਰ ਇੱਕ ਜਿਹੜਾ ਹੈਗਾ ਕਿ ਅਮਰੀਕਾ ਦੇ ਬਿਆਨ, ਚਾਈਨਾ ਦੇ ਬਿਆਨ ਉਹ ਤੇ ਆਉਣੇ ਸ਼ੁਰੂ ਹੀ ਗਏ ਨੇ, ਅੰਦਰੂਨੀ ਕਲੇਸ਼ ਹੈ ਜਾਂ ਬਾਹਰੋਂ ਅੱਤਵਾਦ ਹੈ ਤੇ ਨਾਟੋ ਫੌਜਾਂ ਜਾ ਰਹੀਆਂ ਨੇ ਜਿਹਦੇ ਬਾਰੇ ਪਹਿਲਾਂ ਹੀ ਚਰਚਾ ਹੋ ਰਹੀ ਹੈ ਕਿ ਹਿੰਦੁਸਤਾਨ ਦੇ ਉੱਤੇ ਦਾ ਅਸਰ ਹੋਏਗਾ, ਚਾਈਨਾ ਦੇ ਉੱਤੇ ਵੀ ਅਸਰ ਹੋਏਗਾ। ਜਦੋਂ ਹੁਣ ਇਹ ਮਾਹੌਲ ਦੇ ਵਿੱਚ ਇਸ ਕਿਸਮ ਦਾ ਬਿਆਨ ਆਇਆ ਤੇ ਕਿਸੇ ਹੋਰ ਕਿਸਮ ਦੀ ਰੀਗਰੁਪਿੰਗ ਦੀ ਜਾਂ ਅੱਤਵਾਦ ਨੂੰ ਟੈਕਲ ਕਰਨ ਦੀ ਕੋਈ ਨਵੀਂ ਸਟ੍ਰੈਟਜੀਜ਼ ਦੀ ਗੱਲ ਨਿਕਲ ਸਕਦੀ ਹੈ ਇਸ ਚੋਂ? ਸਿਰਫ ਅੱਤਵਾਦ ਬਾਰੇ ਗੱਲ ਕਰ ਰਹੇ ਹਾਂ ਅਸੀਂ ਜਾਂ ਲਾਰਜਰ ਪਰਸਪੈਕਟਿਵ ਦੀ ਗੱਲ? ਲਾਰਜਰ ਪਰਸਪੈਕਟਿਵ ਦੇ ਵਿੱਚ ਵੀ ਅੱਤਵਾਦ ਆਏਗਾ। ਹਾਂ ਦੇਖੋ ਗੱਲ ਇਹ ਹੈ ਕਿ ਬਹੁਤ ਪਹਿਲਾਂ ਤੋਂ ਸੋਚ ਸੀ ਹਿੰਦੁਸਤਾਨ ਜਿਸ ਵੇਲੇ ਆਜ਼ਾਦ ਹੋਇਆ, ਤੁਸੀਂ ਪੰਡਿਤ ਨਹਿਰੂ ਦੇ ਵੇਲੇ ਸੋਚ ਸਕਦੇ ਹੋ ਜਿਹੜਾ ਪੰਚਸ਼ੀਲ ਦਾ ਪ੍ਰਿੰਸੀਪਲ ਸੀ, ਏਸ਼ੀਅਨ ਕਾਨਫਰੰਸ ਕੀਤੀ ਗਈ ਸੀ, ਉਹਦੇ 'ਚ ਇੱਕ ਬੇਸਿਕ ਆਈਡੀਆ ਇਹ ਸੀ ਕਿ ਚੀਨ ਔਰ ਹਿੰਦੁਸਤਾਨ ਵਰਗੇ ਵੱਡੇ ਮੁਲਕ ਜੇ ਇਕੱਠੇ ਹੋ ਕੇ ਚੱਲਣ ਤੇ ਦੁਨੀਆ ਦੀ ਰਾਜਨੀਤੀ ਵਿੱਚ ਬਹੁਤ ਅਹਿਮ ਹਿੱਸਾ ਇਹ ਨਿਭਾਉਣਗੇ। ਇਹ ਵੱਖਰੀ ਗੱਲ ਹੈ ਕਿ ਚੀਨ ਨਾਲ ਸਾਡੇ ਸੰਬੰਧ ਵਿਗੜ ਗਏ, ਦੁਸ਼ਮਣੀ ਹੋ ਗਈ, ਲੜਾਈ ਹੋ ਗਈ, ਇਹ ਹੋ ਗਿਆ, ਉਹ ਹੋ ਗਿਆ, ਪਰ ਨਾਲ ਦੀ ਨਾਲ ਹਿੰਦੀ ਚੀਨੀ ਭਾਈ ਭਾਈ ਵੀ ਚੱਲਦਾ ਰਿਹਾ। ਹਿੰਦੀ ਚੀਨੀ ਭਾਈ ਭਾਈ ਉਸੇ ਸਪਿਰਿਟ 'ਚ ਕਿਹਾ ਜਾਂਦਾ ਸੀ ਜਿਸ 'ਚ ਫਿਰ ਉਹਨਾਂ ਨੇ ਕਿਹਾ ਕਿ ਇਹ ਕਾਹਦੇ ਸਾਡੇ ਭਰਾ ਨਿਕਲੇ ਨੇ ਤੇ ਸਾਡੇ ਪਿੱਠ ਵਿੱਚ ਛੁਰਾ ਘੋਪ ਦਿੱਤਾ।
ਲੇਕਿਨ ਉਸ ਗੱਲ ਨੂੰ ਹੁਣ 1962 ਦੀ ਲੜਾਈ ਨੂੰ ਮਤਲਬ ਸਮਝੋ 50 ਸਾਲ ਹੋ ਗਏ 50 ਸਾਲ ਹੋ ਗਏ ਅੱਧੀ ਸਦੀ they have to be, you know, that has to be now put in historical perspective and we have to move forward ਜੀ ਔਰ ਉਹ ਜਿਹੜਾ ਪ੍ਰਿੰਸੀਪਲ ਆਪਣੇ ਆਪ ਸਾਊਂਡ ਹੈ ਕਿ ਜੇ ਇੰਡੀਆ ਔਰ ਚਾਈਨਾ ਕੋਆਪਰੇਟ ਕਰਨ ਤੇ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਦੀਆਂ ਹੈ ਨੇ ਇਸ ਵੇਲੇ ਉਹਨਾਂ ਨੂੰ ਜ਼ਿਆਦਾ ਈਜ਼ੀਲੀ ਟੈਕਲ ਕਰ ਸਕਦੇ ਹਾਂ ਐਂਡ ਦੇ ਕੈਨ ਟੁਗੇਦਰ ਵਰਕ ਐਜ਼ ਅ ਬੁਲਵਰਕ ਇਨ ਵਰਲਡ ਪੋਲਿਟਿਕਸ। ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਹੁਣ ਸਵਾਲ ਇਹ ਹੈ ਕਿ ਚੀਨ ਵਿੱਚ ਵੀ ਨਵੀਂ ਲੀਡਰਸ਼ਿਪ ਹੈ, ਉਹਨਾਂ ਦੀ ਵੀ ਸੋਚ ਬਦਲ ਰਹੀ ਹੈ। ਹਿੰਦੁਸਤਾਨ ਦੀਆਂ ਇਲੈਕਸ਼ਨਾਂ ਹੋਣ ਵਾਲੀਆਂ ਨੇ, ਇੱਕ ਨਵੀਂ ਲੀਡਰਸ਼ਿਪ ਕਿਹੜੀ ਸਰਕਾਰ ਆਉਂਦੀ ਹੈ, ਇਹ ਮੂਵ ਫਾਰਵਰਡ ਗੱਲ ਕਿੱਥੋਂ ਤੱਕ ਕਰਦੀ ਹੈ ਔਰ ਕਿਸ ਡਾਇਰੈਕਸ਼ਨ 'ਚ ਜਾਂਦੀ ਹੈ ਇਹ ਤਾਂ ਕਹਿਣਾ ਮੁਸ਼ਕਿਲ ਹੈ। ਪਰ ਜਿੰਨਾ ਵੀ ਇਹਦੇ ਵਿੱਚ ਸਟੈਪਸ ਲਏ ਜਾਣਗੇ ਮੈਂ ਸਮਝਦਾ ਦੋਨਾਂ ਵਾਸਤੇ ਮਿਊਚੁਅਲੀ ਬੈਨੀਫੀਸ਼ੀਅਲ ਹੋਣੇ ਚਾਹੀਦੇ ਹੈ ਔਰ ਇੱਕ ਲਾਰਜਰ ਅੰਡਰਸਟੈਂਡਿੰਗ ਨਾਲ ਜੇ ਚੱਲਣਗੇ। ਇਸ ਬਾਰੇ ਕੋਈ ਸ਼ੱਕ ਨਹੀਂ ਕਿ ਦੋ ਦੇਸ਼ ਕੰਪੀਟ ਵੀ ਕਰਦੇ ਹੈ ਐਜ਼ ਰੀਜਨਲ ਪਾਵਰਸ ਹੀ ਉਹ, ਲੇਕਿਨ ਔਨ ਬੈਲੈਂਸ ਕਿੰਨਾ ਐਲੀਮੈਂਟ ਕੋਆਪਰੇਸ਼ਨ ਦਾ ਤੇ ਕਿੰਨਾ ਐਲੀਮੈਂਟ ਕੰਪੀਟੀਸ਼ਨ ਦਾ ਫਿਊਚਰ 'ਚ ਬਣਦਾ ਹੈ ਉਸ ਤੇ ਬਹੁਤ ਕੁਝ ਨਿਰਭਰ ਕਰੇਗਾ। ਚੱਡਾ ਸਾਹਿਬ, ਜਦੋਂ ਨਾਟੋ ਫੌਜਾਂ ਜਾਣਗੀਆਂ ਅਫਗਾਨਿਸਤਾਨ ਤੋਂ ਬਾਅਦ, ਪਹਿਲਾਂ ਵੀ ਆਪਾਂ ਗੱਲ ਕਰਦੇ ਰਹੇ ਹਾਂ ਕਿ ਉਹਦਾ ਅਸਰ ਜਿਹੜਾ ਭਾਰਤ ਦੇ ਉੱਤੇ ਪਏਗਾ ਤੇ ਬਾਅਦ ਦੇ ਵਿੱਚ ਕੀ ਹੋਏਗਾ। ਹੁਣ ਜਦੋਂ ਇਹ ਮਸਲਾ ਵਿੱਚ ਆ ਗਿਆ ਤੇ ਉੱਥੋਂ ਇਹ ਬਿਆਨ ਵੀ ਆ ਗਿਆ ਤੇ ਅੱਤਵਾਦ ਦਾ ਕਾਫੀ ਸਾਰਾ ਜਿਹੜਾ ਪਚੀਦਾ ਇਲਾਕਾ ਹੋ ਗਿਆ ਇਹ, ਚੀਨ ਤੋਂ ਲੈ ਕੇ ਅਫਗਾਨਿਸਤਾਨ, ਹਿੰਦੁਸਤਾਨ, ਰੂਸ, ਤੁਹਾਨੂੰ ਕੀ ਲੱਗਦਾ ਕਿ ਹੋਰ ਕੀ ਇੱਥੇ ਕਿਸ ਕਿਸਮ ਦੀਆਂ ਡਿਵੈਲਪਮੈਂਟਸ ਦੀਆਂ ਪੋਸੀਬਿਲਿਟੀਜ਼ ਨੇ? ਇਹ ਮਾਮਲਾ ਕਾਫੀ ਪੇਚੀਦਾ ਹੋਏਗਾ ਕਿਉਂਕਿ ਹੁਣ ਜਿਹੜੇ ਆਤੰਕਵਾਦ ਜਿਹੜਾ ਜ਼ਿਆਦਾ ਉਸ ਪਾਸੇ ਧਿਆਨ ਸੀ ਪਾਕਿਸਤਾਨ ਦਾ, ਉਹ ਹੁਣ ਇਸ ਪਾਸੇ ਹੋ ਜਾਏਗਾ ਜੀ। ਪਾਕਿਸਤਾਨ ਦੇ ਤਰਫੋਂ ਆਤੰਕਵਾਦ ਵਧੇਗਾ, ਵੱਧ ਰਿਹਾ ਜੀ। ਜਿਹੜਾ ਚੀਨ ਦੇ ਪਾਕਿਸਤਾਨ ਤੋਂ ਹਿੰਦੁਸਤਾਨ ਨੂੰ, ਪਾਕਿਸਤਾਨ ਤੋਂ ਚੀਨ ਨੂੰ, ਇਹ ਦੋ ਮਸਲੇ ਹੋ ਗਏ ਨਾ। ਹਾਂਜੀ, ਤੇ ਚੀਨ ਤੇ ਪਾਕਿਸਤਾਨ ਦੇ ਆਪਸ ਦੇ ਵਿੱਚ ਰਿਸ਼ਤੇ ਵੀ ਨੇ ਕੁਝ, ਤੇ ਚੀਨ ਔਰ ਪਾਕਿਸਤਾਨ ਦੇ ਰਿਸ਼ਤੇ ਤੇ ਵਧ ਰਹੇ ਨੇ ਜੀ, ਔਰ ਕਈ ਇਸ ਤਰ੍ਹਾਂ ਦੇ ਵਧ ਰਹੇ ਨੇ ਜਿਸ ਦੇ ਨਾਲ ਸਾਨੂੰ ਨੁਕਸਾਨ ਹੋ ਸਕਦਾ ਜੀ। ਉਹਨਾਂ ਨੂੰ ਨਵੇਂ ਨਿਊਕਲੀਅਰ ਰਿਐਕਟਰਸ ਦਿੱਤੇ ਜਾ ਰਹੇ ਨੇ, ਉਹਨਾਂ ਦੀ ਹਰ ਕਿਸਮ ਦੀ ਫੌਜੀ ਇਮਦਾਦ ਦਿੱਤੀ ਜਾ ਰਹੀ ਹੈ। ਤੇ ਜਿਹੜੇ ਪਾਕਿਸਤਾਨ ਔਰ ਚੀਨ ਦੇ ਜਿਹੜੇ ਰਿਸ਼ਤੇ ਨੇ ਉਹ ਹਮੇਸ਼ਾ ਸਾਡੇ ਐਟ ਇੰਡੀਆਜ਼ ਕਾਸਟ ਰਹੇ ਨੇ ਜੀ। ਲੇਕਿਨ ਸਾਨੂੰ ਆਪਣੇ ਰਿਲੇਸ਼ਨ ਦੇਖਣੇ ਚਾਹੀਦੇ ਨੇ ਚੀਨ ਦੇ ਨਾਲ ਜੀ। ਜਿਸ ਤਰ੍ਹਾਂ ਦੇ ਇਹਨਾਂ ਨੇ ਕਿਹਾ ਕਿ ਕੰਪੀਟੀਸ਼ਨ ਵੀ ਹੈ, ਕੋਆਪਰੇਸ਼ਨ ਵੀ ਹੈ। ਅੱਜ ਕੱਲ੍ਹ ਜਿਹੜੀ ਸਾਡੀ ਚੀਨ ਦੇ ਨਾਲ ਰਿਲੇਸ਼ਨਸ਼ਿਪ ਹੈ ਬੜੀ ਯੂਨੀਕ ਹੈ। ਇੱਕ ਤਰਫ ਤੇ ਸਾਨੂੰ ਕਾਫੀ ਬਾਰਡਰ ਤੇ ਟੈਨਸ਼ਨ ਹੈ ਕਿਉਂਕਿ ਬਾਰਡਰ ਸੈਟਲ ਹੋਇਆ ਨਹੀਂ। ਹੁਣ ਜਿਹੜਾ ਨਵਾਂ ਐਗਰੀਮੈਂਟ ਹੋਇਆ ਉਸ ਦੇ ਕੁਝ ਥੋੜ੍ਹੀ ਬਹੁਤ ਅੱਗੇ ਵਧੇ ਨੇ, ਲੇਕਿਨ ਖਾਸ ਉਸ ਟੈਨਸ਼ਨ ਨੂੰ ਰਿਜ਼ੋਲਵ ਕਰਨ ਵਿੱਚ ਖਾਸ ਫਰਕ ਨਹੀਂ ਪਏਗਾ। ਜਦ ਤੱਕ ਬਾਰਡਰ ਅਸੀਂ ਪੂਰੀ ਤਰ੍ਹਾਂ ਦਾ ਰਿਜ਼ੋਲਵ ਨਾ ਕਰੀਏ ਇਹ ਟੈਨਸ਼ਨ ਰਹੇਗੀ। ਲੇਕਿਨ ਕੋਆਪਰੇਸ਼ਨ ਦਾ ਬਹੁਤ ਜ਼ਿਆਦਾ ਸਕੋਪ ਹੈ। ਦੋਨੋਂ ਮੁਲਕਾਂ ਇਸ ਚੀਜ਼ ਨੂੰ ਰਿਅਲਾਈਜ਼ ਕਰਦੇ ਨੇ। ਖਾਸ ਟ੍ਰੇਡ ਹੈ ਜਾਂ ਐਨਵਾਇਰਨਮੈਂਟ ਹੈ ਜਾਂ ਆਤੰਕਵਾਦ ਹੈ, ਹਰ ਜਗ੍ਹਾ ਇਹਨਾਂ ਦੋਨਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਔਰ ਕਰ ਰਹੇ ਨੇ। ਔਰ ਇਸ ਚੀਜ਼ ਨੂੰ ਸਾਨੂੰ ਅੱਗੇ ਉਤਸ਼ਾਹ ਦੇਣਾ ਚਾਹੀਦਾ ਕਿ ਕੋਆਪਰੇਸ਼ਨ ਵਧੇ ਤੇ ਨਾਲ ਇਹ ਜਿਹੜਾ ਬਾਇਲੈਟਰਲ ਇਸ਼ੂ ਹੈ ਜਿਹੜਾ ਬਾਰਡਰ ਦਾ, ਉਸ ਦੇ ਉੱਤੇ ਵੀ ਪ੍ਰੋਗਰੈਸ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੋਨੋਂ ਫਿਰ ਅਖੀਰ ਵਿੱਚ ਜਾ ਕੇ ਇੰਟਰਲਿੰਕਡ ਹੋ ਜਾਂਦੇ ਨੇ। ਤੇ ਇਸ ਦੇ ਤੇ ਅਗਰ ਟੈਨਸ਼ਨ ਰਹੀ ਤੇ ਉਹ ਉਸਦਾ ਕੋਈ ਇਤਨਾ ਫਾਇਦਾ ਨਹੀਂ ਹੋਏਗਾ ਜਿਤਨਾ ਇਸ ਚੀਜ਼ ਨੂੰ ਰਿਜ਼ੋਲਵ ਕਰਨ ਨਾਲ ਹੋਏਗਾ। ਤੇ ਦੋਨਾਂ ਮੁਲਕਾਂ ਨੂੰ ਇਹ ਸੋਚਣਾ ਚਾਹੀਦਾ ਕਿ ਸਾਡਾ ਦੋਨੋਂ ਅਗਰ ਅਸੀਂ ਇਹ ਦੁਨੀਆ ਦੇ ਸਭ ਤੋਂ ਵੱਡੇ, ਸਭ ਤੋਂ ਜ਼ਿਆਦਾ ਪਾਪੂਲਸ ਕੰਟਰੀਜ਼ ਨੇ, ਇਹ ਅਗਰ ਕੋਆਪਰੇਟ ਕਰਨ ਤੇ ਦੁਨੀਆ ਤੇ ਛਾ ਸਕਦੇ ਨੇ। ਤਾਂ ਉਸਦੇ 'ਚ ਸਾਨੂੰ ਅੱਗੇ ਵਧਣਾ, ਸਾਰੇ ਪਾਸੋਂ ਅੱਗੇ ਵਧਣਾ ਜ਼ਰੂਰੀ। ਪ੍ਰੋਫੈਸਰ ਬਰਾੜ, ਇੱਕ ਜਿਹੜਾ ਸਵਾਲ ਟੈਰਰਿਜ਼ਮ ਦੇ ਪੂਰੇ ਡਿਸਕੋਰਸ ਨਾਲ ਜੁੜਿਆ ਹੋਇਆ ਹੈ ਕਿ ਇਹ ਬਹੁਤ ਸਟ੍ਰੈਟੇਜਿਕ ਕਿਸਮ ਦਾ ਇਸ਼ੂ ਹੈ। ਮਤਲਬ ਕਿਸੇ ਦੀ ਕੋਈ ਟੈਰਰਿਜ਼ਮ ਬਾਰੇ ਇੱਕੋ ਕਿਸਮ ਦੀ ਸਮਝ ਹੋਵੇ ਉਹ ਨਹੀਂ ਹੈਗੀ। ਕਿਸ ਵੇਲੇ ਟੈਰਰਿਜ਼ਮ ਡੈਮੋਕ੍ਰੇਸੀ ਦੀ ਆਵਾਜ਼ ਹੈ ਤੇ ਕਿਸ ਵੇਲੇ ਉਹ ਅੱਤਵਾਦ ਹੈ, ਜਿਹੜੀ ਆਰਮਡ ਸਟਰਗਲ ਹੈ। ਈਰਾਨ ਦੇ ਵਿੱਚ ਉਹਦੇ ਕੀ ਮਾਇਨੇ ਨੇ, ਇਰਾਕ ਦੇ ਵਿੱਚ ਉਹਦੇ ਕੀ ਮਾਇਨੇ ਨੇ, ਸੀਰੀਆ ਦੇ ਵਿੱਚ ਕੀ ਮਾਇਨੇ ਨੇ। ਹੁਣ ਜਿਹੜਾ ਚੀਨ ਦੇ ਵਿੱਚ ਜਿਹੜਾ ਇਹ ਇਵੈਂਟ ਹੋਇਆ ਉਹਦੇ ਵਿੱਚ ਵੀ ਤਕਰੀਬਨ ਉਸ ਕਿਸਮ ਦੀ ਬਹਿਸ ਸਾਹਮਣੇ ਆਏਗੀ। ਅਮਰੀਕਾ ਵਾਲਾ ਧੜਾ ਕਹੇਗਾ ਕਿ ਅੰਦਰੂਨੀ ਮਸਲਾ ਹੈ ਤੇ ਉਹ ਕਹਿਣਗੇ ਕਿ ਇਹ ਬਾਹਰੋਂ ਆਇਆ ਹੈ ਮਸਲਾ ਹੈ। ਟੈਰਰਿਜ਼ਮ ਦੇ ਪੂਰੇ ਡਿਸਕੋਰਸ ਦੇ ਵਿੱਚ ਵੀ ਕੁਝ ਫਰਕ ਪਏਗਾ, ਇਹਦਾ ਅਸਰ ਪਏਗਾ? ਚੇਂਜ ਹੋਈਆਂ ਘਟਨਾਵਾਂ ਨਾਲ ਕੋਈ ਫਰਕ ਪਏਗਾ ਉਹਦੇ, ਇਹ ਤਾਂ ਮੈਨੂੰ ਨਹੀਂ ਲੱਗਦਾ। ਲੇਕਿਨ ਇਹ ਡਿਵਾਈਡ ਤਾਂ ਬਣੀ ਰਹੇਗੀ ਕਿ ਟੈਰਰਿਜ਼ਮ ਆਪਣੇ ਆਪ 'ਚ ਇੱਕ ਅਨਮਿਟੀਗੇਟਡ ਅਨਵਾਰੰਟਡ ਈਵਲ ਹੈ ਜਾਂ ਇਹ ਇੱਕ ਸਿੱਟਾ ਹੈ ਜਿਹੜੀਆਂ ਅੰਦਰੂਨੀ ਰਿਜ਼ੈਂਟਮੈਂਟਸ ਹੁੰਦੀਆਂ ਨੇ ਔਰ ਜਿਨ੍ਹਾਂ ਨੂੰ ਇੱਕ ਡੈਮੋਕ੍ਰੈਟਿਕ ਕਨਸਟੀਟਿਊਸ਼ਨਲ ਚੈਨਲ ਪ੍ਰੋਵਾਈਡ ਨਹੀਂ ਹੁੰਦਾ ਅਲੈਜਡਲੀ ਜਾਂ ਰੀਅਲੀ।
ਉਹਨਾਂ ਦਾ ਵਿਸਫੋਟ ਹੁੰਦਾ ਇੱਕ ਤਰੀਕੇ ਨਾਲ। ਉਸ ਤਰੀਕੇ ਨਾਲ ਲੋਕ ਇਹਨੂੰ ਸਮਝਦੇ ਨੇ ਕਿ ਇਟਸ ਈਵਨ ਦੋ ਇਟ ਕੈਨੋਟ ਬੀ ਜਸਟੀਫਾਈਡ ਇਟ ਕੈਨ ਬੀ ਅੰਡਰਸਟੂਡ, ਹੈ ਨਾ। ਇੱਕ ਤੇ ਲੈਵਲ ਇਹ ਹੈ। ਦੂਸਰਾ ਇਹ ਹੈ ਕਿ ਟੈਰਰਿਜ਼ਮ ਆਫ ਐਨੀ ਕਾਈਂਡ, ਮਿਲੀਟੈਂਸੀ ਆਫ ਐਨੀ ਕਾਈਂਡ, ਉਹ ਅਨਜਸਟੀਫਾਈਡ ਐਂਡ ਇਟ ਸ਼ੁੱਡ ਬੀ ਕ੍ਰਸ਼ਡ। ਇਹ ਬੇਸਿਕਲੀ ਦੋ ਡਿਸਕੋਰਸਸ ਨੇ ਜਿਹੜੇ ਚੱਲਦੇ ਹੈ। ਹਰ ਮੁਲਕ ਹਰ ਘਟਨਾ ਨੂੰ ਆਪਣੇ ਹਿਸਾਬ ਨਾਲ ਇੰਟਰਪ੍ਰੇਟ ਕਰਦਾ ਹੈ ਜੀ। ਜੋ ਜੇ ਹਿੰਦੁਸਤਾਨ 'ਚ ਕੁਝ ਹੁੰਦਾ ਤੇ ਪਾਕਿਸਤਾਨ ਵਾਲੇ ਕਹਿੰਦੇ ਨੇ ਅੰਦਰੂਨੀ ਹਾਲਾਤਾਂ ਕਰਕੇ ਹੋ ਰਿਹਾ ਹੈ, ਜੇ ਪਾਕਿਸਤਾਨ 'ਚ ਕੁਝ ਹੁੰਦਾ ਤੇ ਹਿੰਦੁਸਤਾਨ ਵਾਲੇ ਕਹਿੰਦੇ ਨੇ ਉੱਥੋਂ ਦੇ ਅੰਦਰੂਨੀ ਹਾਲਾਤਾਂ ਕਰਕੇ ਹੋ ਰਿਹਾ ਹੈ। ਅਸੀਂ ਕਹਿੰਦੇ ਸਾਡੇ ਜੋ ਹੁੰਦਾ ਉਹ ਪਾਕਿਸਤਾਨ ਵਾਲੇ ਕਰਵਾਉਂਦੇ ਨੇ, ਪਾਕਿਸਤਾਨ ਵਾਲੇ ਕਹਿੰਦੇ ਨੇ ਉੱਥੇ ਜੋ ਹੁੰਦਾ ਅਸੀਂ ਕਰਾਉਂਦੇ ਹਾਂ, ਰਾਈਟ। ਸੋ ਇਹ ਇਸ ਕਿਸਮ ਦਾ ਇੱਕ ਜਿਹੜਾ ਮਿਕਸਅਪ ਹੈ, ਪਾਰਟਲੀ conceptual clarity ਨਾ ਹੋਣ ਕਰਕੇ ਹੈ, ਬਟ ਪਾਰਟਲੀ ਆਲਸੋ ਬਿਕੋਜ਼ ਯੂ ਨੋ ਦਿਸ ਪਲੇਡ ਅਪ ਜੀ। ਇਹਦੇ ਵਿੱਚ ਜਿਹੜੀ ਇੱਕ ਗੱਲ ਹੈ ਚਾਈਨਾ ਦੇ ਹਵਾਲੇ ਨਾਲ ਜਿਹੜੀ ਮੈਂ ਪੁੱਛਣਾ ਚਾਹੁੰਦਾ ਕਿ ਹੁਣ ਤੱਕ ਜਿਹੜਾ ਓਵਰਆਲ ਡਿਸਕੋਰਸ ਹੈ ਟੈਰਰਿਜ਼ਮ ਬਾਰੇ, ਉਹਨੂੰ ਅਮਰੀਕਾ ਦਾ ਜਿਹੜਾ ਧੜਾ, ਨਾਟੋ ਵਾਲਾ ਜਿਹੜਾ ਧੜਾ, ਉਹ ਡੋਮੀਨੇਟ ਕਰ ਰਿਹਾ। ਪਰ ਜਦੋਂ ਉਹ ਨਾਟੋ ਵਾਲੇ ਧੜੇ ਵਰਸਸ ਚਾਈਨਾ ਵਾਲਾ ਧੜਾ ਚੱਲੇਗਾ ਤੇ ਉਹਦੇ ਵਿੱਚ ਕੁਛ ਤੇ ਤਬਦੀਲੀਆਂ ਆਉਣਗੀਆਂ ਨਾ। ਮੈਨੂੰ ਲੱਗਦਾ ਹੈ ਕਿ ਚੀਨ ਬਹੁਤਾ ਇਸ ਦਾ ਮਤਲਬ ਚੀਨ ਨੂੰ ਬਹੁਤੀ ਘਬਰਾਹਟ ਨਹੀਂ ਹੋਣ ਲੱਗੀ। ਅਮਰੀਕਾ ਵਾਲੇ ਕੀ ਕਹਿੰਦੇ ਨੇ ਜੀ, ਚਾਈਨਾ ਆਲ ਸੈਡ ਐਂਡ ਡਨ ਇਜ਼ ਅ ਵੈਰੀ ਕੌਨਫੀਡੈਂਟ ਕੰਟਰੀ ਜੀ, ਯੂ ਨੋ ਅਸਰਟਿਵ ਹੈ, ਕੌਨਫੀਡੈਂਟ ਹੈ। ਅਮਰੀਕਾ ਦੇ ਬਿਆਨ ਦਾ ਉਹ ਕੋਈ ਰਿਸਪੌਂਸ ਨਹੀਂ ਕਰੇਗਾ ਕਿ ਠੀਕ ਹੈ ਤੁਸੀਂ ਦਿੰਦੇ ਰਹੋ ਬਿਆਨ। ਮੈਨੂੰ ਤਾਂ ਇਹ ਲੱਗਦਾ ਕਮ ਸੇ ਕਮ ਕਿ ਠੀਕ ਹੈ ਤੁਸੀਂ ਇਦਾਂ ਦਾ ਹੀ ਕਰਦੇ ਹੁੰਦੇ ਹੋ, ਤੁਸੀਂ ਆਪਣੀ ਜਗ੍ਹਾ, ਅਸੀਂ ਆਪਣੀ ਜਗ੍ਹਾ। ਚਾਈਨਾ ਦੀ ਕੰਸਿਸਟੈਂਟ 7-8% ਦੀ ਗਰੋਥ ਹੈ ਜਿਹੜੀ ਹੈ ਜੀ, और China is now the second largest economy in the world, growing at 7 to 8% consistently, और अमरीका ਜਿਹੜਾ ਹੈਗਾ ਉਹ 2% ਤੇ grow ਕਰਦਾ ਹੈ ਜੀ, ਤਾਂ ਮਤਲਬ they are catching up economy ਦੇ ਹਿਸਾਬ ਨਾਲ, militarily assertive ਨੇ, ਸਾਰਾ ਕੁਝ ਹੈ। I don't think they'll be panicked by what the Americans have to say। ਅਸੀਂ ਲੋਕ ਜਿਹੜੇ ਹੈ ਨਾ, ਅਸੀਂ ਅਮਰੀਕਾ 'ਚ ਕੀ ਕਿਹਾ ਜਾ ਰਿਹਾ ਸਾਡੇ ਬਾਰੇ, ਉਹਦੇ ਬਾਰੇ ਅਸੀਂ ਜ਼ਿਆਦਾ ਚਿੰਤਾ ਕਰਦੇ ਹਾਂ। ਮੈਨੂੰ ਨਹੀਂ ਲੱਗਦਾ ਕਿ ਚੀਨ 'ਚ ਬੈਠੇ ਹੋਏ ਜਿਹੜੇ ਉੱਥੋਂ ਦੇ ਲੀਡਰ ਨੇ ਉਹ ਅਮਰੀਕਾ ਵਿੱਚ ਕੀ ਬਿਆਨ ਆ ਗਿਆ ਉਹਦੇ ਨਾਲ ਉਹ ਉਹਨੇ ਹਿਲਦੇ ਨਹੀਂ ਜਿਵੇਂ ਅਸੀਂ ਉਹਨਾਂ ਲਈ ਉਹ ਮਤਲਬ ਜ਼ਿਆਦਾ ਉਹਨਾਂ ਮਾਇਨੇ ਨਹੀਂ ਰੱਖਦਾ। ਬਰਾੜ ਸਾਹਿਬ, ਤੁਸੀਂ ਬਰਾੜ ਸਾਹਿਬ ਦੇ ਜਿਹੜਾ ਇਹਨਾਂ ਨੇ ਕਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੇਰੇ ਖਿਆਲ ਜਿਹੜੀ ਰਿਐਲਿਟੀ ਚੇਂਜ ਹੋ ਗਈ ਹੈ ਉਸ ਦੀ ਅਵੇਅਰਨੈਸ ਇੰਡੀਆ ਵਿੱਚ ਹਜੇ ਠੀਕ ਤਰੀਕੇ ਦੇ ਨਾਲ ਫੈਲੀ ਨਹੀਂ ਜੀ। ਕਿਹੜੀ ਰਿਐਲਿਟੀ? ਰਿਐਲਿਟੀ ਇਹ ਹੈਗੀ ਕਿ ਮਈ 2013 ਇਸ ਸਾਲ ਮਈ ਤੋਂ ਚੀਨ ਦੀ ਨਈ ਲੀਡਰਸ਼ਿਪ ਕਹਿ ਰਹੀ ਹੈ ਦੈਟ ਜਿਹੜੇ ਸਾਡੇ ਡਿਫਰੈਂਸਿਸ ਹੈਗੇ ਉਹ ਡਿਫਰੈਂਸਿਸ ਰਹਿਣਗੇ, ਉਹਨਾਂ ਨੂੰ ਮੀਡੀਅਮ ਜਾਂ ਲੌਂਗ ਟਰਮ ਵਿੱਚ ਸੋਲਵ ਕੀਤਾ ਜਾਏਗਾ। ਡਿਫਰੈਂਸਿਸ ਵਿਦ ਇੰਡੀਆ, ਡਿਫਰੈਂਸਿਸ ਵਿਦ ਇੰਡੀਆ, ਵਿਦ ਐਵਰੀਬਡੀ ਐਲਸ। ਮਤਲਬ ਸਾਡੇ ਨਾਲ ਡਿਫਰੈਂਸਿਸ ਹੈਗੇ ਓਵਰ ਦਲਾਈ ਲਾਮਾ, ਓਵਰ ਬਾਰਡਰ, ਓਵਰ ਟ੍ਰੇਡ ਇੰਬੈਲੈਂਸ ਵਗੈਰਾ ਵਗੈਰਾ। ਬਾਕੀ ਨੇਸ਼ਨ ਦੇ ਨਾਲ ਵੀ ਉਹਨਾਂ ਦੀ ਕਾਫੀ ਪ੍ਰੋਬਲਮ ਹੈਗੀ ਜੀ। ਇਹਨਾਂ ਦੀ ਪ੍ਰੈਗਮੈਟਿਕ ਅਪਰੋਚ ਇਹ ਹੈਗੀ ਦੈਟ ਵੀ ਸ਼ੁੱਡ ਬੀ ਬੋਦਰਡ ਅਬਾਊਟ ਇਕੋਨਮੀ ਐਂਡ ਡਿਵੈਲਪਮੈਂਟ ਜੀ। ਤੇ ਹੈਰਾਨਗੀ ਦੀ ਗੱਲ ਨਹੀਂ ਕਿ 4 ਦਿਨ ਪਹਿਲਾਂ ਜਦ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਨੇ ਐਡਰੈਸ ਕੀਤਾ ਹੈ ਆਲ ਦ ਐਂਬੈਸੇਡਰਸ ਐਂਡ ਸੀਨੀਅਰ ਡਿਪਲੋਮੈਟਸ ਆਫ ਦ ਕੰਟਰੀ ਦਿੱਲੀ, 4 ਦਿਨ ਪਹਿਲਾਂ ਹੀ ਉਹਨਾਂ ਨੇ 5 ਸ਼ੀਲ ਜਾਂ 5 ਪ੍ਰਿੰਸੀਪਲਸ ਦਿੱਤੇ ਆ ਜੀ, ਜਿਨ੍ਹਾਂ ਦਾ ਸੈਂਟਰਲ ਕੋਰ ਆਈਡੀਆ ਇਹ ਹੈਗਾ ਕਿ ਜਦ ਤੱਕ ਇੰਡੀਆ ਇਕੋਨਮੀ ਤੇ ਡਿਵੈਲਪਮੈਂਟ ਨੂੰ ਪੁਸ਼ ਨਹੀਂ ਕਰਦਾ ਬਾਕੀ ਚੀਜ਼ਾਂ ਮੈਟਰ ਨਹੀਂ ਕਰਦੀਆਂ ਜੀ। ਇਸ ਦਾ ਮੇਰਾ ਕਹਿਣ ਦਾ ਇਹ ਮਤਲਬ ਹੈਗਾ ਦੈਟ ਦੇਰ ਇਜ਼ ਅ ਕੋਇਨਸੀਡੈਂਸ ਟੇਕਿੰਗ ਪਲੇਸ ਬਿਟਵੀਨ ਚਾਈਨਾ ਐਂਡ ਇੰਡੀਆ, ਜਿਹੜਾ ਅਮਰੀਕਾ ਨੂੰ ਸਮਝ ਨਹੀਂ ਆ ਰਿਹਾ ਬਿਕੋਜ਼ ਇਹਨਾਂ ਦੇ ਨੈਸ਼ਨਲ ਇੰਟਰਸਟ ਦੇ ਖਿਲਾਫ ਹੈ ਕਿ ਇੰਡੀਆ ਚਾਈਨਾ ਇੱਕ ਪਲੇਟਫਾਰਮ ਤੇ ਬੈਠਣ, ਸੋਚਣ, ਕੰਮ ਕਰਨ ਜੀ। ਬਟ ਸਾਨੂੰ ਅਮਰੀਕਾ ਲੈਡ ਥਿੰਕਿੰਗ, ਯੂਰਪ ਲੈਡ ਥਿੰਕਿੰਗ ਵਗੈਰਾ ਵਗੈਰਾ ਨੂੰ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ, ਜਿਹੜਾ ਅੱਜ ਦੇ ਵਕਤ ਵਿੱਚ ਚੀਨ ਕਰ ਸਕਦਾ ਹੈ ਤੇ ਇੰਡੀਆ ਡਰਦਾ ਹੈ ਕਰਨ ਤੋਂ ਜੀ। ਸਾਨੂੰ ਆਪਣੀ ਇੱਕ ਪਾਲਿਸੀ ਇਵੋਲਵ ਕਰਨੀ ਚਾਹੀਦੀ ਹੈ। ਇੱਕ ਬੜਾ ਇੰਟਰਸਟਿੰਗ ਕਮੈਂਟ ਨਿਕਲਿਆ ਫਰੋਮ ਦ ਇਕੋਨੋਮਿਸਟ, ਬੜਾ ਰਿਸਪੈਕਟਡ ਮੈਗਜ਼ੀਨ ਹੈਗਾ ਇੰਗਲੈਂਡ ਦਾ, ਉਹਨਾਂ ਦਾ ਬੜਾ ਫੋਕਸ ਕਹਿਣਾ ਹੈ ਕਿ ਦੇਰ ਇਜ਼ ਨੋ ਸਿੰਘ ਡਾਕਟਰਿਨ। ਮਨਮੋਹਨ ਸਿੰਘ ਦੇ ਨਾਂ ਤੇ ਡਾਕਟਰਿਨ ਹਜੇ ਤੱਕ ਨਹੀਂ ਬਣੀ ਜੀ, ਤੇ ਹਜੇ ਤੱਕ ਫੋਰਨ ਕੰਟਰੀਜ਼ ਦੀ ਸੋਚ ਸੀਗੀ ਕਿ ਇਹ 72 ਵਾਰ ਵਿਦੇਸ਼ ਜਾ ਚੁੱਕੇ ਨੇ 10 ਸਾਲ ਵਿੱਚ। ਹੀ ਹੈਜ਼ ਟਰੈਵਲਡ ਆਲਮੋਸਟ 1 ਮਿਲੀਅਨ ਮਾਈਲਸ ਜੀ। ਉਹਨਾਂ ਦੀ ਇਹ ਸੋਚ ਸੀ ਕਿ ਇਹਨਾਂ ਨੂੰ ਬਾਹਰ ਜਾਣਾ ਅੱਛਾ ਲੱਗਦਾ ਹੈ। ਹੁਣ ਰੀਅਲਾਈਜੇਸ਼ਨ ਆ ਰਹੀ ਹੈ ਅਮਰੀਕਾ, ਇੰਗਲੈਂਡ ਵਿੱਚ ਵੀ ਕਿ ਇੰਨਾ ਅਨਫੋਕਸ ਕੰਮ ਨਹੀਂ ਸੀਗਾ। ਅ ਨਿਊ ਪਾਲਿਸੀ ਇਜ਼ ਇਵੋਲਵਿੰਗ ਜਿਹੜਾ ਫੋਕਸ ਕਰ ਰਹੀ ਹੈ ਔਨ ਇਕੋਨਮੀ ਐਂਡ ਡਿਵੈਲਪਮੈਂਟ ਜੀ। ਨਾਓ ਅਗਰ ਦੋ ਵੱਡੀ ਨੇਸ਼ਨ ਵਿਚ ਕੰਟਰੋਲ 1/3 ਆਫ ਦ ਵਰਲਡਸ ਪੋਪੂਲੇਸ਼ਨ ਇੱਕ ਪਲੇਟਫਾਰਮ ਤੇ ਆ ਕੇ ਬੈਠ ਜਾਣ, ਇਹਨਾਂ ਦੇ ਡਿਫਰੈਂਸਸ ਰਹਿਣਗੇ। ਬਾਰਡਰ ਇਸ਼ੂ ਮੈਂ ਕੰਟੀਨਿਊ ਫॉर ਅਨਦਰ 40 ਇਅਰਸ, ਬਟ ਜਿਹੜੇ ਨਿਊਕਲੀਅਰ ਪਾਵਰ ਹੈਗੇ, ਜਿਹੜੇ ਇਕੋਨਮੀ ਵਿੱਚ ਫੋਕਸ ਕਰ ਰਹੇ ਨੇ, ਡਿਵੈਲਪਮੈਂਟ ਪ੍ਰਾਇੋਰਟੀ ਦੇ ਰਹੇ ਨੇ, ਉਹ ਫਿਰ ਟੈਰਰਿਜ਼ਮ ਵੀ ਫਾਈਟ ਕਰਨਗੇ ਜੀ।
ਮਤਲਬ ਕੁੱਲ ਮਿਲਾ ਕੇ ਜਿਹੜਾ ਚੱਲ ਰਿਹਾ ਰੁਝਾਨ ਆ ਉਹਦੇ ਵਿੱਚ ਇੱਕ ਇਹ ਬਿਆਨ ਹੈ ਜਿਹਦਾ ਆਪਣੇ ਆਪ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਿਗਨੀਫੀਕੈਂਸ ਨਹੀਂ, ਪਰ ਉਹ ਰੁਝਾਨ ਦੇ ਵਿੱਚ ਹੀ ਇੱਕ ਹਿੱਸਾ ਹੈ। ਚੀਨ ਇੰਨਾ ਵੱਡਾ ਮੁਲਕ ਹੈ, ਇੰਨੀ ਪ੍ਰੋਬਲਮਸ ਉਹਨਾਂ ਨੇ ਹੈਂਡਲ ਕੀਤੀਆਂ ਨੇ, ਇਹ ਆਊਟ ਆਫ ਕੰਟੈਕਸਟ ਨਹੀਂ ਦੇਖਣਗੇ। ਉਹ ਆਈ ਕੁਆਇਟ ਅਗਰੀ ਵਿਦ ਪ੍ਰੋਫੈਸਰ ਬਰਾੜ ਕਿ ਆਊਟ ਆਫ ਕੰਟੈਕਸਟ ਦੇਖਣ ਦੀ ਕੋਈ ਤੁਕ ਨਹੀਂ ਬਣਦੀ ਜੀ। ਅ ਟੈਰਰਿਸਟ ਸਟ੍ਰਾਈਕ ਹੈਜ਼ ਟੇਕਨ ਪਲੇਸ, ਇਟ ਟੇਕਸ ਪਲੇਸ ਇਨ ਬਿਗ ਕੰਟਰੀਜ਼ ਐਵਰੀ ਟਾਈਮ, ਬਟ ਉਹਨਾਂ ਨੂੰ ਲੈਸਨ ਜ਼ਰੂਰ ਮਿਲ ਰਹੇ ਨੇ ਔਨ ਵਿਚ ਦੇਅਰ ਥਿੰਕਿੰਗ ਮੇ ਬੀ ਅ ਲਿਟਲ ਫਾਸਟਰ ਦੈਨ ਆਸ, ਬਿਕਾਜ਼ ਸਾਡੀ ਡੈਮੋਕ੍ਰੇਸੀ ਹੈ ਤੇ ਉਹ ਯੂਟਿਲਿਟੇਰੀਅਨ ਸਟੇਟ ਹੈਗੇ, ਜਿਹੜਾ ਫੈਸਲਾ ਕਰਦੇ ਨੇ ਉਸ ਨੂੰ ਇੰਪਲੀਮੈਂਟ ਕਰਨ ਵਿੱਚ ਉਹਨਾਂ ਨੂੰ ਟਾਈਮ ਨਹੀਂ ਲੱਗਦਾ। ਬਟ ਇਟਸ ਅ ਗੁੱਡ ਡਿਵੈਲਪਮੈਂਟ ਕਿ ਸਾਡੀ ਸੋਚ along with Russia ਜਿਹਨੂੰ ਅਸੀਂ ਅੰਡਰਮਾਈਨ ਕਰ ਰਹੇ ਹਾਂ for the last 10-15 years for no reason whatsoever, ਬੜਾ ਪਾਵਰਫੁਲ ਸਟੇਟ ਹੈਗਾ, ਵੈਲ ਲੈਡ ਹੈਗਾ, ਉਹਨਾਂ ਦਾ ਹਿਸਟੋਰੀਕਲ ਲਿੰਕੇਜ ਹੈਗਾ ਇੰਡੀਆ ਦੇ ਨਾਲ, ਤੇ ਅਗਰ ਉਹ ਵੀ ਹੱਥ ਵਧਾ ਰਹੇ ਨੇ ਇੰਡੀਆ ਤੇ ਚੀਨ ਦੀ ਤਰਫ, ਆਈ ਥਿੰਕ ਇਟਸ ਅ ਵੈਰੀ ਗੁੱਡ ਡਿਵੈਲਪਮੈਂਟ ਤੇ ਸਾਨੂੰ ਪੋਜ਼ਿਟਿਵ ਸੋਚਣਾ ਚਾਹੀਦਾ ਜੀ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਤਵਾਦ ਮੌਜੂਦਾ ਦੌਰ ਦਾ ਪੇਚੀਦਾ ਮਸਲਾ ਹੈ। ਇੱਕ ਪਾਸੇ ਵੱਖ-ਵੱਖ ਮੁਲਕ ਅੱਤਵਾਦ ਖਿਲਾਫ ਲੜਨ ਦਾ ਦਾਅਵਾ ਕਰਦੇ ਨੇ, ਪਰ ਦੂਜੇ ਪਾਸੇ ਕਿਤੇ ਨਾ ਕਿਤੇ ਅੱਤਵਾਦ ਦੀ ਹਮਾਇਤ ਕਰਦੇ ਨੇ। ਇਹ ਪੇਚੀਦਗੀ ਲਗਾਤਾਰ ਵੱਧ ਰਹੀ ਹੈ। ਚੀਨ ਦਾ ਮੌਜੂਦਾ ਬਿਆਨ ਇਸੇ ਪੇਚੀਦਗੀ ਦੀ ਨਿਸ਼ਾਨਦੇਹੀ ਕਰਦਾ ਹੈ। ਇਸ ਬਿਆਨ ਵਿੱਚ ਕੁਝ ਖਦਸ਼ੇ ਅਤੇ ਕੁਝ ਸੰਭਾਵਨਾ ਲੁਕੀਆਂ ਹੋਈਆਂ ਨੇ। ਆਉਣ ਵਾਲੇ ਦਿਨਾਂ ਵਿੱਚ ਇਸ ਬਿਆਨ ਦੇ ਹਵਾਲੇ ਨਾਲ ਕੀ ਪਹਿਲਕਦਮੀਆਂ ਹੁੰਦੀਆਂ ਨੇ, ਇਹ ਵੇਖਣ ਵਾਲਾ ਮਸਲਾ ਹੈ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।